ਸਾਡਾ ਸੰਵਿਧਾਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਇਸ ਪ੍ਰੋਗਰਾਮ ਜ਼ਰੀਏ ਅਸੀਂ ਤੁਹਾਨੂੰ ਸੰਵਿਧਾਨ ਦੇ ਇੱਕ ਪਹਿਲੂ ਤੋਂ ਜਾਣੂ ਕਰਵਾ ਰਹੇ ਹਾਂ। ਭਾਰਤ ਦੀ ਵਿਸ਼ਾਲਤਾ ਤੇ ਵਿਭਿੰਨਤਾ ਦੇ ਚੱਲਦਿਆਂ ਸੰਵਿਧਾਨ ਨਿਰਮਾਤਾਵਾਂ ਨੂੰ ਕਈ ਗੱਲਾਂ ਦਾ ਸੋਚ ਵਿਚਾਰ ਕਰਨਾ ਪਿਆ। ਇਹਨਾਂ ਚੋਂ ਇੱਕ ਹੈ ਭਾਸ਼ਾ। ਕਿ ਤੁਹਾਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 50 ਭਾਸ਼ਾਵਾਂ ਚੋਂ 13 ਭਾਸ਼ਾਵਾਂ ਭਾਰਤ ਦੀਆਂ ਨੇ। ਇਹਨਾਂ ਨੂੰ ਬੋਲਣ ਵਾਲੇ ਕਰੋੜਾਂ ਲੋਕ ਨੇ। ਸਭ ਤੋਂ ਵੱਧ ਭਾਸ਼ਾਵਾਂ ਵਾਲੇ ਭਾਰਤ 'ਚ ਕਿਸੇ ਵੀ ਭਾਸ਼ਾ ਨੂੰ ਰਾਸ਼ਟਰੀ ਦਰਜਾ ਹਾਸਲ ਨਹੀਂ ਹੈ, ਪਰ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਤੇ ਇਸ ਦੇ ਨਾਲ ਹੀ ਸੂਬਾਈ ਭਾਸ਼ਾਵਾਂ ਨੂੰ ਵੀ ਖਾਸ ਤੌਰ ਤੇ ਮਾਨਤਾ ਦਿੱਤੀ ਗਈ। ABP ਸਾਂਝਾ ਦੀ ਇਸ ਖਾਸ ਸੀਰੀਜ਼ ਦੇ ਵਿੱਚ ਅੱਜ ਕੱਲ੍ਹ ਭਾਸ਼ਾ ਨਾਲ ਜੁੜੇ ਪ੍ਰਾਵਧਾਨਾਂ ਦੀ ਭਾਸ਼ਾ ਨੂੰ ਲੈ ਕੇ ਮੁੱਖ ਪ੍ਰਾਵਧਾਨਾਂ ਤੇ ਚਰਚਾ ਕਰਨ ਤੋਂ ਪਹਿਲਾਂ ਗੱਲ ਆਰਟੀਕਲ 29 ਤੇ 30 ਦੀ। ਅਸੀਂ ਇਸ ਸੰਵਿਧਾਨ ਸੀਰੀਜ਼ 'ਚ ਪਹਿਲਾਂ ਇਹ ਦੇਖ ਚੁੱਕੇ ਹਾਂ ਕਿ ਇਹ ਦੋਵੇਂ ਆਰਟੀਕਲ ਮੌਲਿਕ ਅਧਿਕਾਰਾਂ ਦਾ ਹਿੱਸਾ ਨੇ। ਇਹਨਾਂ 'ਚ ਘੱਟ ਗਿਣਤੀਆਂ ਨੂੰ ਰਾਖਵਾਂ ਕਰਨ ਦੀ ਗੱਲ ਆਖੀ ਗਈ ਹੈ। ਇਹ ਸਾਫ਼ ਲਿਖਿਆ ਹੈ ਕਿ ਘੱਟ ਗਿਣਤੀਆਂ ਦਾ ਅਰਥ ਸਿਰਫ ਧਾਰਮਿਕ ਜਾਂ ਸੰਸਕ੍ਰਿਤਿਕ ਨਹੀਂ ਹੈ, ਬਲਕਿ ਭਾਸ਼ਾਈ ਘੱਟ ਗਿਣਤੀਆਂ ਵੀ ਨੇ। ਜੇਕਰ ਕਿਸੇ ਖੇਤਰ 'ਚ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਘੱਟ ਗਿਣਤੀਆਂ ਨਾਲ ਸੰਬੰਧਿਤ ਹੋਣ ਤਾਂ ਆਪਣੀ ਭਾਸ਼ਾ ਦੀ ਰੱਖਿਆ ਲਈ ਉਹ ਸਕੂਲ ਕਾਲਜ ਖੋਲ ਸਕਦੇ ਨੇ। ਸੰਵਿਧਾਨ ਦੇ ਆਰਟੀਕਲ 120 'ਚ ਸੰਸਦ ਦੇ ਕੰਮਕਾਜ ਦੀ ਭਾਸ਼ਾ ਤੇ ਚਰਚਾ ਕੀਤੀ ਗਈ ਹੈ। ਇਸ 'ਚ ਹਿੰਦੀ ਅਤੇ ਅੰਗਰੇਜ਼ੀ ਨੂੰ ਸੰਸਦੀ ਕੰਮਕਾਜ ਦੀ ਭਾਸ਼ਾ ਕਿਹਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਆਪਣੀ ਗੱਲ ਹਿੰਦੀ ਜਾਂ ਅੰਗਰੇਜ਼ੀ 'ਚ ਰੱਖ ਪਾਉਣ ਦੇ ਸਮਰੱਥ ਨਹੀਂ ਹੈ ਤਾਂ ਸਪੀਕਰ ਉਸ ਨੂੰ ਉਸ ਦੀ ਮਾਂ ਬੋਲੀ 'ਚ ਗੱਲ ਰੱਖਣ ਦੀ ਆਗਿਆ ਦੇਣਗੇ। ਉਸ ਦੇ ਭਾਸ਼ਣ ਦਾ ਹਿੰਦੀ ਅਤੇ ਅੰਗਰੇਜ਼ੀ ਅਨੁਵਾਦ ਬਾਕੀ ਸੰਸਦ ਮੈਂਬਰਾਂ ਨੂੰ ਉਪਲਬਧ ਕਰਾਇਆ ਜਾਏਗਾ। ਇਸੇ ਤਰ੍ਹਾਂ ਆਰਟੀਕਲ 210 'ਚ ਰਾਜ ਵਿਧਾਨ ਸਭਾ ਦੀ ਭਾਸ਼ਾ ਦਾ ਜ਼ਿਕਰ ਹੈ। ਇਸ 'ਚ ਲਿਖਿਆ ਗਿਆ ਹੈ ਕਿ ਵਿਧਾਨ ਸਭਾ ਦੇ ਕੰਮਕਾਜ ਦੀ ਭਾਸ਼ਾ ਉਸ ਰਾਜ ਦੀ ਅਧਿਕਾਰਤ ਭਾਸ਼ਾ ਜਾਂ ਹਿੰਦੀ ਜਾਂ ਅੰਗਰੇਜ਼ੀ ਹੋ ਸਕਦੀ ਹੈ। ਯਾਨੀ ਕਿ ਸੂਬੇ 'ਚ ਜੋ ਭਾਸ਼ਾ ਪਹਿਲ ਦੇ ਆਧਾਰ ਤੇ ਬੋਲੀ ਜਾਂਦੀ ਹੈ ਉਸ ਨੂੰ ਉੱਥੇ ਉਹੀ ਦਰਜਾ ਦਿੱਤਾ ਜਾਏਗਾ ਜੋ ਕੇਂਦਰੀ ਪੱਧਰ ਤੇ ਹਿੰਦੀ ਦਾ ਹੈ। ਆਰਟੀਕਲ 343 ਤੋਂ 351 ਤੱਕ ਭਾਸ਼ਾ ਨੂੰ ਲੈ ਕੇ ਵਿਸ਼ੇਸ਼ ਪ੍ਰਾਵਧਾਨ ਕੀਤੇ ਗਏ ਨੇ। ਦਰਅਸਲ ਜਦੋਂ ਸੰਵਿਧਾਨ ਨਿਰਮਾਤਾ ਭਾਸ਼ਾਵਾਂ ਨੂੰ ਲੈ ਕੇ ਚਰਚਾ ਕਰ ਰਹੇ ਸਨ ਤਾਂ ਉਹਨਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਭਾਰਤ 'ਚ ਕੋਈ ਰਾਸ਼ਟਰੀ ਭਾਸ਼ਾ ਰੱਖੀ ਜਾਵੇ। ਬਹੁਤ ਸਾਰੇ ਸੰਵਿਧਾਨ ਨਿਰਮਾਤਾ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦੇਣਾ ਚਾਹੁੰਦੇ ਸਨ, ਪਰ ਇਸ ਨੂੰ ਲੈ ਕੇ ਵਿਵਾਦ ਹੋ ਰਿਹਾ ਸੀ। ਅਜਿਹੇ 'ਚ ਕਾਫੀ ਚਰਚਾ ਤੋਂ ਬਾਅਦ ਹਿੰਦੀ ਨੂੰ ਸਿਰਫ ਅਧਿਕਾਰਤ ਭਾਸ਼ਾ ਦਾ ਦਰਜਾ ਦਿੱਤਾ ਗਿਆ। ਸੰਵਿਧਾਨ ਦੇ ਮੁਤਾਬਕ ਦੇਵਨਾਗਰੀ ਲਿਪੀ 'ਚ ਲਿਖੀ ਜਾਣ ਵਾਲੀ ਭਾਸ਼ਾ ਹਿੰਦੀ ਨੂੰ ਅਧਿਕਾਰਤ ਦਰਜਾ ਹਾਸਲ ਹੈ। ਇਸ 'ਚ ਨੂਮੈਰਲਸ ਯਾਨੀ ਗਿਣਤੀ ਦੇ ਲਈ ਇਸਤੇਮਾਲ ਹੋਣ ਵਾਲੀ ਸੰਖਿਆ ਦਾ ਪ੍ਰਯੋਗ ਹਿੰਦੀ 'ਚ ਹੋਵੇਗਾ, ਪਰ ਉਸ ਨੂੰ ਲਿਖਣ ਦੇ ਲਈ ਉਹੀ ਤਰੀਕਾ ਵਰਤਿਆ ਜਾਵੇਗਾ ਜਿਸ ਨੂੰ ਅੰਤਰਰਾਸ਼ਟਰੀ ਮਾਨਤਾ ਹਾਸਲ ਹੈ। ਸੰਵਿਧਾਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਅੰਗਰੇਜ਼ੀ ਨੂੰ 15 ਸਾਲ ਤੱਕ ਅਧਿਕਾਰਤ ਭਾਸ਼ਾ ਦਾ ਦਰਜਾ ਰਹੇਗਾ। ਇਸ ਤੋਂ ਬਾਅਦ ਸੰਸਦ ਦੀ ਮਰਜ਼ੀ ਦੇ ਨਾਲ ਇਹ ਦਰਜਾ ਹਟਾਇਆ ਜਾ ਸਕਦਾ ਹੈ। ਆਰਟੀਕਲ 354 'ਚ ਸੂਬਿਆਂ ਦੀ ਅਧਿਕਾਰਤ ਭਾਸ਼ਾ ਤੇ ਚਰਚਾ ਕੀਤੀ ਗਈ ਹੈ। ਇਸ ਦੇ ਮੁਤਾਬਕ ਕਿਸੇ ਸੂਬੇ ਦੀ ਵਿਧਾਨ ਸਭਾ ਉੱਥੇ ਬੋਲੀ ਜਾਣ ਵਾਲੀ ਇੱਕ ਜਾਂ ਇੱਕ ਤੋਂ ਵੱਧ ਭਾਸ਼ਾਵਾਂ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦੇ ਸਕਦੀ ਹੈ। ਉੱਥੇ ਸਰਕਾਰੀ ਕੰਮਕਾਜ ਉਸੇ ਭਾਸ਼ਾ 'ਚ ਕੀਤਾ ਜਾ ਸਕਦਾ ਹੈ। ਹਾਲਾਂਕਿ ਜਦੋਂ ਰਾਜ ਸਰਕਾਰ ਨੇ ਕੇਂਦਰ ਸਰਕਾਰ ਨਾਲ ਵਾਰਤਾਲਾਪ ਕਰਨੀ ਹੈ ਤਾਂ ਉਸ ਵੇਲੇ ਉਹੀ ਭਾਸ਼ਾ ਵਰਤੀ ਜਾਵੇਗੀ ਜੋ ਕੇਂਦਰੀ ਪੱਧਰ ਤੇ ਅਧਿਕਾਰਤ ਭਾਸ਼ਾ ਮੰਨੀ ਗਈ ਹੈ। ਆਰਟੀਕਲ 348 'ਚ ਉੱਚ ਅਦਾਲਤਾਂ ਯਾਨੀ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਨਾਲ ਕਾਨੂੰਨ, ਆਰਡੀਨੈਂਸ ਵਗੈਰਾ ਦੀ ਭਾਸ਼ਾ ਦਾ ਜ਼ਿਕਰ ਹੈ। ਲਿਖਿਆ ਗਿਆ ਹੈ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਕੰਮਕਾਜ ਦੀ ਭਾਸ਼ਾ ਅੰਗਰੇਜ਼ੀ ਹੋਵੇਗੀ। ਕੇਂਦਰ ਤੇ ਸੂਬਾ ਪੱਧਰ ਤੇ ਅਧਿਕਾਰਤ ਭਾਸ਼ਾਵਾਂ ਨੂੰ ਦਰਜਾ ਦੇਣ ਦੇ ਬਾਵਜੂਦ ਸੰਵਿਧਾਨ 'ਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਹੈ ਕਿ ਇਸ ਨਾਲ ਕਿਸੇ ਨਾਗਰਿਕ ਨੂੰ ਕੋਈ ਦਿੱਕਤ ਨਾ ਆਵੇ। ਸੰਵਿਧਾਨ ਦੇ ਆਰਟੀਕਲ 350 'ਚ ਸਾਫ਼ ਤੌਰ ਤੇ ਲਿਖਿਆ ਹੈ ਕਿ ਕੋਈ ਵੀ ਨਾਗਰਿਕ ਆਪਣੀ ਕਿਸੇ ਸਮੱਸਿਆ ਲਈ ਕਿਸੇ ਵੀ ਭਾਸ਼ਾ ਦੇ ਵਿੱਚ ਕਿਸੇ ਵਿਭਾਗ ਜਾਂ ਪੁਲਿਸ ਨੂੰ ਅਰਜ਼ੀ ਦੇ ਸਕਦਾ ਹੈ। ਕੋਈ ਵੀ ਵਿਭਾਗ ਉਹ ਅਰਜ਼ੀ ਇਹ ਕਹਿ ਕੇ ਲੈਣ ਤੋਂ ਮਨਾ ਨਹੀਂ ਕਰ ਸਕਦਾ ਕਿ ਇਸ ਨੂੰ ਜਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਉਹ ਅਧਿਕਾਰਤ ਭਾਸ਼ਾ ਨਹੀਂ ਹੈ। ਭਾਸ਼ਾ ਤੇ ਚਰਚਾ ਨੂੰ ਵਿਰਾਮ ਦੇਣ ਤੋਂ ਪਹਿਲਾਂ ਆਖਰੀ ਗੱਲ ਸੰਵਿਧਾਨ ਦੀ 8ਵੀਂ ਅਨੁਸੂਚੀ ਦੀ।
ਇਸ 'ਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਸੂਬਿਆਂ ਦੀਆਂ ਅਧਿਕਾਰਤ ਭਾਸ਼ਾਵਾਂ ਅਸਮੀਆ, ਬਾਂਗਲਾ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਮਰਾਠੀ, ਮਲਿਆਲਮ, ਉੜੀਆ, ਪੰਜਾਬੀ, ਸੰਸਕ੍ਰਿਤ, ਤਮਿਲ, तेलुगु, उर्दू, सिंधी, कोंकणी, मणिपुरी, नेपाली, बोडो, डोगरी, मैथिली ते संथाली। ਭਾਸ਼ਾ ਨਾਲ ਜੁੜੇ ਪ੍ਰਾਵਧਾਨਾਂ ਨੂੰ ਦੇਖਣ ਤੇ ਸਾਫ਼ ਹੋ ਜਾਂਦਾ ਹੈ ਕਿ ਸੰਵਿਧਾਨ 'ਚ ਦੇਸ਼ ਦੀ ਹਰ ਭਾਸ਼ਾ ਨੂੰ ਪੂਰਾ ਸਨਮਾਨ ਦਿੱਤਾ ਗਿਆ ਹੈ। ਸਾਡਾ ਸੰਵਿਧਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਸਾਡੇ ਦੇਸ਼ ਭਾਰਤ ਨੂੰ ਮਹਾਨ ਬਣਾਉਂਦਾ ਹੈ। ਅੱਜ ਤੋਂ 70 ਸਾਲ ਪਹਿਲਾਂ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਵਿੱਚ ਸਾਡਾ ਸੰਵਿਧਾਨ ਪਾਸ ਹੋਇਆ। ਉਸ ਦਿਨ ਤੋਂ ਬਾਅਦ ਅਸੀਂ ਇਸ ਦਿਨ ਨੂੰ ਫਖਰ ਦੇ ਨਾਲ ਸੰਵਿਧਾਨ ਦਿਵਸ ਵਜੋਂ ਮਨਾਉਂਦੇ ਹਾਂ। ਉਮੀਦ ਕਰਦੇ ਹਾਂ ਕਿ ABP ਸਾਂਝਾ ਦੀ ਇਸ ਖਾਸ ਸੀਰੀਜ਼ ਜ਼ਰੀਏ ਭਾਰਤ ਦਾ ਹਰ ਆਮ ਨਾਗਰਿਕ ਸੰਵਿਧਾਨ ਦੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਜਾਣ ਤੇ ਸਮਝ ਪਾਇਆ ਹੋਵੇਗਾ। ਜੇਕਰ ਦੇਸ਼ ਦਾ ਆਮ ਨਾਗਰਿਕ ਮਜ਼ਬੂਤ ਹੋਵੇਗਾ ਤਾਂ ਸਾਡਾ ਲੋਕਤੰਤਰ ਹੋਰ ਵੀ ਮਜ਼ਬੂਤ ਹੋਵੇਗਾ। ਜੈ ਹਿੰਦ। ਮੌਲਿਕ ਅਧਿਕਾਰਾਂ 'ਚ ਸਭ ਤੋਂ ਪਹਿਲਾਂ ਆਉਂਦਾ ਹੈ ਸਮਾਨਤਾ ਦਾ ਅਧਿਕਾਰ। ਆਰਟੀਕਲ 14 ਤੋਂ ਲੈ ਕੇ 18 ਤੱਕ ਇਸ ਅਧਿਕਾਰ ਦਾ ਜ਼ਿਕਰ ਹੈ। ਆਰਟੀਕਲ 14 ਹੈ ਰਾਈਟ ਟੂ ਇਕੁਐਲਿਟੀ ਬਿਫੋਰ ਲਾਅ ਜਾਂ ਇਕੁਅਲ ਪ੍ਰੋਟੈਕਸ਼ਨ ਆਫ ਲਾਅ। ਇਸ ਦੇ ਮੁਤਾਬਕ ਹਰ ਵਿਅਕਤੀ ਕਾਨੂੰਨ ਦੀ ਨਜ਼ਰ 'ਚ ਬਰਾਬਰ ਹੈ। ਕਿਸੇ ਨੂੰ ਵਿਸ਼ੇਸ਼ ਦਰਜਾ ਹਾਸਲ ਨਹੀਂ ਹੈ। ਸਭ ਨੂੰ ਕਾਨੂੰਨ ਦੀ ਇੱਕ ਸਮਾਨ ਸੁਰੱਖਿਆ ਹਾਸਲ ਹੈ। ਜੇਕਰ ਸੰਸਦ ਕੋਈ ਅਜਿਹਾ ਕਾਨੂੰਨ ਬਣਾਉਂਦਾ ਹੈ ਜਿਸ ਨਾਲ ਇੱਕੋ ਜਿਹੇ ਹਾਲਾਤਾਂ 'ਚ ਦੋ ਲੋਕਾਂ ਨਾਲ ਭੇਦਭਾਵ ਹੁੰਦਾ ਹੈ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਉਸ ਨੂੰ ਰੱਦ ਕਰ ਸਕਦਾ ਹੈ। ਇਸੇ ਤਰ੍ਹਾਂ ਜੇਕਰ ਸਰਕਾਰ ਕੋਈ ਅਜਿਹਾ ਕਦਮ ਚੁੱਕਦੀ ਹੈ ਜੋ ਇੱਕੋ ਜਿਹੇ ਦੋ ਨਾਗਰਿਕਾਂ ਤੇ ਇੱਕੋ ਜਿਹਾ ਅਸਰ ਨਹੀਂ ਪਾਉਂਦਾ ਤਾਂ ਉਸ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਸੰਵਿਧਾਨ ਦਾ ਆਰਟੀਕਲ 14 ਬਰਾਬਰੀ ਦੀ ਵਿਆਪਕ ਪਰਿਭਾਸ਼ਾ ਦਿੰਦਾ ਹੈ। ਬਰਾਬਰੀ ਭਾਰਤ 'ਚ ਰਹਿ ਰਹੇ ਹਰ ਵਿਅਕਤੀ ਨੂੰ ਹਾਸਲ ਹੈ, ਫਿਰ ਭਾਵੇਂ ਉਹ ਭਾਰਤ ਦਾ ਨਾਗਰਿਕ ਹੋਵੇ ਜਾਂ ਨਹੀਂ। ਪਰ 15 ਤੋਂ ਲੈ ਕੇ 18 ਤੱਕ ਜੋ ਅਧਿਕਾਰ ਹੈ ਉਹ ਖਾਸ ਤੌਰ ਤੇ ਭਾਰਤੀ ਨਾਗਰਿਕਾਂ ਲਈ ਹਨ। ਸੰਵਿਧਾਨ ਦੇ ਆਰਟੀਕਲ 15 ਦੇ ਮੁਤਾਬਕ ਭਾਰਤ 'ਚ ਕਿਸੇ ਵੀ ਵਿਅਕਤੀ ਨਾਲ ਸਿਰਫ ਉਸ ਦੀ ਧਰਮ, ਭਾਸ਼ਾ, ਜਾਤੀ ਜਾਂ ਲਿੰਗ ਦੇ ਆਧਾਰ ਤੇ ਭੇਦਭਾਵ ਨਹੀਂ ਹੋ ਸਕਦਾ। ਮਤਲਬ ਹਰ ਨਾਗਰਿਕ ਨੂੰ ਇੱਕ ਬਰਾਬਰ ਮੌਕੇ ਮਿਲਣਗੇ। ਕਿਸੇ ਦੇ ਨਾਲ ਵੀ ਸਿਰਫ ਇਸ ਵਜ੍ਹਾ ਨਾਲ ਭੇਦਭਾਵ ਨਹੀਂ ਕੀਤਾ ਜਾਏਗਾ ਕਿ ਉਹ ਕਿਸੇ ਖਾਸ ਧਰਮ, ਜਾਤੀ, ਭਾਸ਼ਾ ਜਾਂ ਖੇਤਰ ਦਾ ਹੈ। ਇੱਥੇ ਤੁਹਾਡੇ ਜ਼ਿਹਨ 'ਚ ਸਵਾਲ ਆਏਗਾ ਕਿ ਜੇਕਰ ਸੰਵਿਧਾਨ ਜਾਤੀ ਦੇ ਆਧਾਰ ਤੇ ਭੇਦਭਾਵ ਦੀ ਮਨਾਹੀ ਕਰਦਾ ਹੈ ਤਾਂ ਇਸ ਦੇਸ਼ 'ਚ ਰਾਖਵਾਂਕਰਨ ਦੀ ਵਿਵਸਥਾ ਕਿਉਂ ਹੈ? ਹੁਣ ਤੁਹਾਡੇ ਸਵਾਲ 'ਚ ਹੀ ਜਵਾਬ ਲੁਕਿਆ ਹੈ। ਜੇਕਰ ਕੋਈ ਵਰਗ ਪਹਿਲਾਂ ਤੋਂ ਅਸਮਾਨਤਾ ਦੀ ਸਥਿਤੀ 'ਚ ਹੈ ਤਾਂ ਉਸ ਨੂੰ ਦੂਜਿਆਂ ਦੀ ਬਰਾਬਰੀ ਤੇ ਲਿਆਉਣਾ ਵੀ ਸਰਕਾਰ ਦਾ ਸੰਵਿਧਾਨਿਕ ਫਰਜ਼ ਹੈ ਤੇ ਇਹੀ ਰਾਖਵਾਂਕਰਨ ਦਾ ਆਧਾਰ ਹੈ। ਸੁਪਰੀਮ ਕੋਰਟ ਨੇ ਵੀ ਆਪਣੇ ਕਈ ਫੈਸਲਿਆਂ 'ਚ ਇਸ ਨੂੰ ਸਹੀ ਮੰਨਿਆ ਹੈ। ਹਾਲਾਂਕਿ ਕਿਸੇ ਵੀ ਤਬਕੇ ਨੂੰ ਕਮਜ਼ੋਰ ਦੱਸ ਕੇ ਰਾਖਵਾਂਕਰਨ ਦੇਣ ਦਾ ਫੈਸਲਾ ਸਰਕਾਰ ਆਪਣੇ ਤੌਰ ਤੇ ਨਹੀਂ ਲੈ ਸਕਦੀ। ਇਸ ਲਈ ਜ਼ਰੂਰੀ ਅੰਕੜੇ ਜੁਟਾ ਕੇ ਇਸ ਗੱਲ ਦਾ ਪ੍ਰਮਾਣ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਕਿ ਉਸ ਤਬਕੇ ਨੂੰ ਵਾਕਈ ਰਾਖਵਾਂਕਰਨ ਦੀ ਲੋੜ ਹੈ। ਅਜਿਹਾ ਨਾ ਹੋਣ ਦੀ ਸਥਿਤੀ 'ਚ ਕੋਰਟ ਕਈ ਵਾਰ ਸਰਕਾਰ ਵੱਲੋਂ ਦਿੱਤੇ ਗਏ राखवीकरण ਨੂੰ रद्द कर चुका है। देखिए, समानता की बात तो करी है 15 और 16 में, लेकिन ये भी बोला है कि जो पिछड़े समाज में जो पिछड़ी जाति के लोग हैं, शेड्यूल्ड कास्ट वगैरह हैं, उनके लिए अफर्मेटिव एक्शन के लिए जॉब्स में रिजर्वेशन किया जा सकता है सरकारी जॉब्स में। लेकिन उस पर सुप्रीम कोर्ट ने बोला है कि 50% से ज़्यादा नहीं हो सकता ओवरऑल रिजर्वेशन। आर्टिकल 16 सरकारी नौकरियां 'ਚ ਸਭ ਨੂੰ ਬਰਾਬਰ ਮੌਕੇ ਦੇਣ ਦੀ ਗੱਲ ਕਹਿੰਦਾ ਹੈ। ਸਰਕਾਰੀ ਨੌਕਰੀਆਂ 'ਚ ਵੀ ਕਿਸੇ ਨਾਲ ਧਰਮ, ਜਾਤੀ, ਭਾਸ਼ਾ, ਖੇਤਰ ਦੇ ਚੱਲਦਿਆਂ ਕੋਈ ਭੇਦਭਾਵ ਨਹੀਂ ਕੀਤਾ ਜਾ ਸਕਦਾ। ਪਰ ਨੌਕਰੀਆਂ 'ਚ ਰਾਖਵਾਂਕਰਨ ਦਿੱਤਾ ਜਾਂਦਾ ਹੈ। ਇਸ ਦੀ ਵਜ੍ਹਾ ਪਹਿਲਾਂ ਹੀ ਦੱਸੀ ਜਾ ਚੁੱਕੀ ਹੈ। ਜੇਕਰ ਕੋਈ ਤਬਕਾ
ਪਹਿਲਾਂ ਤੋਂ ਹੀ ਕਮਜ਼ੋਰ ਹੈ ਤਾਂ ਉਸ ਨੂੰ ਉੱਪਰ ਲਿਆਉਣਾ ਸਰਕਾਰ ਦਾ ਫਰਜ਼ ਹੈ। ਆਰਟੀਕਲ 17 ਛੂਤ-ਛਾਤ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। ਭਾਰਤ 'ਚ ਕਿਸੇ ਵੀ ਨਾਗਰਿਕ ਨਾਲ ਅਛੂਤ ਜਿਹਾ ਵਤੀਰਾ ਨਹੀਂ ਕੀਤਾ ਜਾ ਸਕਦਾ। ਸਰਕਾਰ ਦੀ ਇਹ ਜ਼ਿੰਮੇਵਾਰੀ ਮੰਨੀ ਗਈ ਹੈ ਕਿ ਉਹ ਨਾਗਰਿਕਾਂ ਨੂੰ ਅਜਿਹੇ ਹਾਲਾਤਾਂ ਤੋਂ ਬਚਾਏ। ਇਸ ਲਈ ਸਰਕਾਰ ਨੇ ਇਸ ਨਾਲ ਜੁੜੇ ਕਾਨੂੰਨ ਬਣਾਏ ਨੇ ਤਾਂ ਕਿ ਕੋਈ ਜੇਕਰ ਕਿਸੇ ਨਾਲ ਅਛੂਤ ਜਿਹਾ ਵਿਵਹਾਰ ਕਰੇ ਤਾਂ ਉਸ ਨੂੰ ਸਜ਼ਾ ਦਿੱਤੀ ਜਾ ਸਕੇ। ਆਰਟੀਕਲ 18 ਅਬੋਲਿਸ਼ਨ ਆਫ ਟਾਈਟਲਸ ਯਾਨੀ ਉਪਾਧੀਆਂ ਨੂੰ ਖਤਮ ਕੀਤੇ ਜਾਣ ਦੀ ਗੱਲ ਕਹਿੰਦਾ ਹੈ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਦਿੱਤੇ ਸਰ, ਖਾਨ, ਬਹਾਦਰ, ਰਾਏ ਬਹਾਦਰ, ਰਾਜਾ, ਮਹਾਰਾਜਾ ਜਿਹੀਆਂ ਉਪਾਧੀਆਂ ਤੁਸੀਂ ਸੁਣੀਆਂ ਹੋਣਗੀਆਂ। ਆਜ਼ਾਦ ਭਾਰਤ 'ਚ ਇਹਨਾਂ ਨੂੰ ਖਤਮ ਕਰ ਦਿੱਤਾ ਗਿਆ। ਹੁਣ ਅਜਿਹੀ ਕੋਈ ਉਪਾਧੀ ਨਾ ਤਾਂ ਸਰਕਾਰ ਕਿਸੇ ਨੂੰ ਦੇ ਸਕਦੀ ਹੈ, ਨਾ ਭਾਰਤ ਦਾ ਕੋਈ ਨਾਗਰਿਕ ਵਿਦੇਸ਼ੀ ਸਰਕਾਰ ਤੋਂ ਇਹਨਾਂ ਨੂੰ ਲੈ ਸਕਦਾ ਹੈ। ਹੁਣ ਤੁਹਾਡੇ ਮਨ 'ਚ ਸਵਾਲ ਆਏਗਾ ਕਿ ਸਰਕਾਰ ਪਦਮ ਸ਼੍ਰੀ, ਪਦਮ ਭੂਸ਼ਣ, ਭਾਰਤ ਰਤਨ ਜਿਹੇ ਸਨਮਾਨ ਦਿੰਦੀ ਹੈ, ਉਹਨਾਂ ਨੂੰ ਕਿਵੇਂ ਮਾਨਤਾ ਮਿਲ ਸਕਦੀ ਹੈ? ਸੁਪਰੀਮ ਕੋਰਟ ਇਸ ਤੇ ਸੁਣਵਾਈ ਤੋਂ ਬਾਅਦ ਫੈਸਲਾ ਦੇ ਚੁੱਕਾ ਹੈ। ਫੈਸਲੇ 'ਚ ਮੰਨਿਆ ਗਿਆ ਸੀ ਕਿ ਪਦਮ ਪੁਰਸਕਾਰ ਤੇ ਭਾਰਤ ਰਤਨ ਭਾਰਤੀ ਨਾਗਰਿਕਾਂ ਨੂੰ ਕਿਸੇ ਖਾਸ ਖੇਤਰ ਦੇ ਵਿੱਚ ਯੋਗਦਾਨ ਪਾਉਣ ਬਦਲੇ ਦਿੱਤਾ ਜਾਣ ਵਾਲਾ ਸਨਮਾਨ ਹੈ। ਇਹ ਕੋਈ ਉਪਾਧੀ ਨਹੀਂ ਜਿਸ ਨੂੰ ਲੋਕ ਆਪਣੇ ਨਾਂ ਦੇ ਅੱਗੇ ਜਾਂ ਪਿੱਛੇ ਇਸਤੇਮਾਲ ਕਰਦੇ ਨੇ ਤੇ ਦੂਜਿਆਂ ਨਾਲੋਂ ਆਪਣੇ ਆਪ ਨੂੰ ਬਿਹਤਰ ਅਖਵਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਸ ਤਰ੍ਹਾਂ ਕਿਸੇ ਯੋਗਦਾਨ ਦੇ ਬਦਲੇ ਮਿਲਣ ਵਾਲਾ ਸਨਮਾਨ ਆਰਟੀਕਲ 18 ਦੀ ਉਲੰਘਣਾ ਨਹੀਂ ਹੋ ਸਕਦਾ। ਹੁਣ ਗੱਲ ਸੁਤੰਤਰਤਾ ਦੇ ਅਧਿਕਾਰ ਦੀ। ਸੁਤੰਤਰਤਾ ਦਾ ਅਧਿਕਾਰ ਭਾਰਤੀ ਸੰਵਿਧਾਨ ਦੇ ਸਭ ਤੋਂ ਅਹਿਮ ਬਿੰਦੂਆਂ ਚੋਂ ਇੱਕ ਹੈ। ਸੁਤੰਤਰਤਾ ਦੇ ਕੁਝ ਅਧਿਕਾਰ ਸਿਰਫ ਭਾਰਤੀ ਨਾਗਰਿਕਾਂ ਨੂੰ ਹਾਸਲ ਨੇ, ਜਦਕਿ ਕੁਝ ਭਾਰਤ ਦੀ ਧਰਤੀ ਤੇ ਰਹਿ ਰਹੇ ਵਿਅਕਤੀਆਂ ਲਈ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਰਟੀਕਲ 19 ਦੀ। ਇਸ ਆਰਟੀਕਲ ਦੇ ਤਹਿਤ ਕਈ ਤਰ੍ਹਾਂ ਦੇ ਅਧਿਕਾਰ ਆਉਂਦੇ ਨੇ। ਆਰਟੀਕਲ 19(1)(a ਯਾਨੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਇੱਕ ਅਜਿਹਾ ਅਧਿਕਾਰ ਹੈ ਜਿਸ ਤੇ ਹਾਲ ਹੀ ਦੇ ਦਿਨਾਂ 'ਚ ਸਭ ਤੋਂ ਜ਼ਿਆਦਾ ਚਰਚਾ ਹੋਈ ਹੈ। ਇਹ ਆਰਟੀਕਲ ਹਰ ਨਾਗਰਿਕ ਨੂੰ ਆਪਣੀ ਗੱਲ ਬੋਲ ਕੇ, ਲਿਖ ਕੇ ਜਾਂ ਚਿੱਤਰ ਜ਼ਰੀਏ ਜਾਂ ਕਿਸੇ ਵੀ ਦੂਜੇ ਤਰੀਕੇ ਨਾਲ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਾ ਹੈ। ਹਾਲਾਂਕਿ ਇਸ ਅਧਿਕਾਰ ਦੀਆਂ ਆਪਣੀਆਂ ਸੀਮਾਵਾਂ ਨੇ। अनुच्छेद 19(a) अभिव्यक्ति को अपनी बात रखने की, कहने की पूरी स्वतंत्रता देता है, मौलिक अधिकार देता है, लेकिन उसकी कुछ सीमाएं हैं कि आप कंटेम्प्ट ऑफ कोर्ट नहीं कर सकते, किसी का डिफेमेशन नहीं कर सकते, वो सरकार कानून से रेगुलेट कर सकती है। ਵਿਚਾਰਾਂ ਦਾ ਪ੍ਰਗਟਾਵਾ ਦੇਸ਼ ਦੀ ਏਕਤਾ, ਅਖੰਡਤਾ ਨੂੰ ਖਤਰਾ ਪਹੁੰਚਾਉਣ, ਅਸ਼ਲੀਲਤਾ ਫੈਲਾਉਣ, ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਕਰਨ, ਕਿਸੇ ਨੂੰ ਅਪਰਾਧ ਲਈ ਉਕਸਾਉਣ, ਅਦਾਲਤ ਦੀ ਹੱਦ ਤੱਕ ਕਰਨ ਜਾਂ ਕਿਸੇ ਦੀ ਮਾਨਹਾਨੀ ਕਰਨ ਲਈ ਨਹੀਂ ਕੀਤਾ ਜਾ ਸਕਦਾ। ਇਹਨਾਂ ਸੀਮਾਵਾਂ ਤੋਂ ਹਟ ਕੇ ਕੀਤਾ ਗਿਆ ਵਿਚਾਰਾਂ ਦਾ ਪ੍ਰਗਟਾਵਾ ਵੱਖ-ਵੱਖ ਅਪਰਾਧਾਂ ਤਹਿਤ ਸਜ਼ਾਯੋਗ ਅਪਰਾਧ ਹੈ। 19(1)(b) ਤੋਂ ਲੈ ਕੇ G ਤੱਕ 5 ਹੋਰ ਅਹਿਮ ਅਧਿਕਾਰ ਨੇ। ਇਹ ਅਧਿਕਾਰ ਹਨ ਸੁਤੰਤਰਤਾ ਦਾ ਅਧਿਕਾਰ, ਸ਼ਾਂਤੀਪੂਰਵਕ ਬਿਨਾਂ ਹਥਿਆਰ ਦੇ ਕਿਤੇ ਵੀ ਇਕੱਠਾ ਹੋਣ ਦੀ ਆਜ਼ਾਦੀ, ਸੰਗਠਨ ਬਣਾਉਣ ਦੀ ਆਜ਼ਾਦੀ, ਭਾਰਤ 'ਚ ਕਿਤੇ ਵੀ ਆਉਣ ਜਾਣ ਦੀ ਆਜ਼ਾਦੀ, ਭਾਰਤ ਦੇ ਕਿਸੇ ਵੀ ਸੂਬੇ ਜਾਂ ਸ਼ਹਿਰ 'ਚ ਵਸਣ ਦੀ ਆਜ਼ਾਦੀ, ਰੋਜ਼ਗਾਰ ਜਾਂ ਕਿੱਤਾ ਚੁਣਨ ਦੀ ਆਜ਼ਾਦੀ। ਇਹਨਾਂ ਸਾਰੇ ਅਧਿਕਾਰਾਂ ਦੀਆਂ ਵੀ ਸੀਮਾਵਾਂ ਨੇ, ਜਿਵੇਂ ਜੇਕਰ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜਨ ਦਾ ਖਦਸ਼ਾ ਹੋਵੇ ਤਾਂ ਸ਼ਾਂਤੀਪੂਰਵਕ ਇਕੱਠੇ ਹੋਣ ਦੇ ਅਧਿਕਾਰ ਤੇ ਪ੍ਰਸ਼ਾਸਨ ਰੋਕ ਲਾ ਸਕਦਾ ਹੈ। ਇਸ ਲਈ CRPC ਦੀ ਧਾਰਾ 144 ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਸੰਗਠਨ ਬਣਾਉਣ, ਭਾਰਤ 'ਚ ਕਿਤੇ ਵੀ ਆਉਣ ਜਾਣ ਜਾਂ ਰੋਜ਼ਗਾਰ ਚੁਣਨ ਦੇ ਅਧਿਕਾਰ ਦਾ ਇਸਤੇਮਾਲ ਵੀ ਕਾਨੂੰਨ ਵਿਵਸਥਾ ਦੇ ਦਾਇਰੇ 'ਚ ਰਹਿ ਕੇ ਹੀ ਹੋ ਸਕਦਾ ਹੈ। ਯਾਨੀ ਕਿ ਰੋਜ਼ਗਾਰ ਚੁਣਨ ਦੇ ਅਧਿਕਾਰ ਤੋਂ ਮਤਲਬ ਇਹ ਨਹੀਂ ਕਿ ਕੋਈ ਵੀ ਕਿਸੇ ਪਾਬੰਦੀਸ਼ੁਦਾ ਚੀਜ਼ ਦਾ ਵਪਾਰ ਸ਼ੁਰੂ ਕਰ ਦਵੇ। ਕਿਤੇ ਵੀ ਆਉਣ ਜਾਣ ਦੇ ਅਧਿਕਾਰ ਦਾ ਮਤਲਬ ਇਹ ਨਹੀਂ ਕਿ ਕਿਸੇ ਉਸ ਥਾਂ ਤੇ ਜਾਇਆ ਜਾਵੇ ਜਿੱਥੇ ਜਾਣ ਦੀ ਮਨਾਹੀ ਹੋਵੇ। ਸੰਗਠਨ ਬਣਾਉਣ ਤੋਂ ਭਾਵ ਅਪਰਾਧਿਕ ਗਿਰੋਹ ਬਣਾਉਣ ਤੋਂ ਨਹੀਂ ਹੋ ਸਕਦਾ। देश का मतलब ये हमारा घर है। हर व्यक्ति को अपने घर में
आने जाने रहने की स्वतंत्रता है। तो हम देश को अगर हम सीमा में बांध देंगे कि हम इस सीमा तक ही व्यवसाय कर सकते हैं या इस क्षेत्र में हम व्यवसाय कर सकते हैं, उस क्षेत्र में नहीं कर सकते, तो ये होगा कि फिर हमारा देश कहाँ रहा? वेयर द कंट्री? कंट्री का मतलब है एक राष्ट्र, और सारे जो हमारे प्रदेश हैं ये जैसे पार्ट ऑफ बॉडी है, उसी तरह से पार्ट ऑफ बॉडी की तरह से हमारे सारे राज्य हैं। तो हर व्यक्ति को देश के किसी भी भाग में व्यवसाय करने का, घूमने का, रहने का, जाने का, पढ़ने लिखने का पूर्ण अधिकार है और होना भी चाहिए। ਆਰਟੀਕਲ 20 ਕਿਸੇ ਵੀ ਅਪਰਾਧ ਦੇ ਮੁਲਜ਼ਮ ਨੂੰ ਵਿਸ਼ੇਸ਼ ਮੌਲਿਕ ਅਧਿਕਾਰ ਦਿੰਦਾ ਹੈ। ਜਿਵੇਂ ਅਪਰਾਧ ਲਈ ਸਜ਼ਾ ਉਸੇ ਕਾਨੂੰਨ ਦੇ ਤਹਿਤ ਮਿਲਦੀ ਹੈ ਜੋ ਅਪਰਾਧ ਕੀਤੇ ਜਾਣ ਸਮੇਂ ਹੋਂਦ ਵਿੱਚ ਸੀ। ਕਿਸੇ ਨਵੇਂ ਬਣੇ ਕਾਨੂੰਨ ਦੇ ਤਹਿਤ ਪਹਿਲਾਂ ਕੀਤੇ ਗਏ ਅਪਰਾਧ ਦੀ ਸਜ਼ਾ ਨਹੀਂ ਮਿਲਦੀ। ਇੱਕ ਹੀ ਅਪਰਾਧ ਲਈ 2 ਵਾਰ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਜਾਂ 2 ਵਾਰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਇਸ ਦਾ ਅਰਥ ਸਿਰਫ ਅਦਾਲਤ 'ਚ ਚੱਲਣ ਵਾਲੇ ਮੁਕੱਦਮੇ ਤੋਂ ਹੈ। ਜੇਕਰ ਕੋਈ ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਵਿਭਾਗੀ ਕਾਰਵਾਈ ਦੇ ਤਹਿਤ ਉਸ ਨੂੰ ਨੌਕਰੀ ਤੋਂ ਸਸਪੈਂਡ ਜਾਂ ਬਰਖਾਸਤ ਕਰਨ ਤੇ ਕੋਈ ਮਨਾਹੀ ਨਹੀਂ ਹੁੰਦੀ। ਇਹ ਨਹੀਂ ਕਿਹਾ ਜਾ ਸਕਦਾ ਕਿ ਕੋਰਟ 'ਚ ਅਪਰਾਧ ਦਾ ਮੁਕੱਦਮਾ ਚੱਲ ਰਿਹਾ ਹੈ, ਇਸ ਲਈ ਉਸ ਤੇ ਵਿਭਾਗ ਕੋਈ ਕਾਰਵਾਈ ਨਹੀਂ ਕਰੇਗਾ। ਕਿਸੇ ਨੂੰ ਆਪਣੇ ਹੀ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਾਡਾ ਸੰਵਿਧਾਨ ਤੇ ਇਸ ਦੇ ਵਿੱਚ ਤੁਹਾਨੂੰ ਭਾਰਤੀ ਸੰਵਿਧਾਨ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ, ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾ ਰਹੇ ਹਾਂ। ਤੇ ਇੱਕ ਵਾਰ ਫਿਰ ਗੱਲ ਕਰ ਲੈਂਦੇ ਹਾਂ ਭਾਰਤੀ ਸੰਵਿਧਾਨ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦੀ।